ਜ਼ਿੰਦਗੀ ਨੂੰ ਵੱਖਰੇ ਆयाम ਦੇਣ ਲਈ ਚੁਣੌਤੀ ਦੇ ਵਜੂਦ ਨੂੰ ਸਮਝਣਾ ਤੇ ਉਸ ਉੱਤੇ ਜਿੱਤ ਪਾਉਣਾ ਨਿਹਾਇਤ ਜ਼ਰੂਰੀ ਹੈ। ਜੇ ਚੁਣੌਤੀ ਨਹੀਂ ਤਾਂ ਜ਼ਿੰਦਗੀ ਦੇ ਮਾਇਨੇ ਹੀ ਸ਼ਾਇਦ ਬੇਮਾਨੀ ਹੋ ਜਾਣ। ਪੰਜਾਬ ਸ਼ੁਰੂ ਤੋਂ ਹੀ ਜੰਗਾਂ, ਯੁੱਧਾਂ ਅਤੇ ਸਾਜ਼ਿਸ਼ਾਂ ਦੇ ਨਿਸ਼ਾਨ ਆਪਣੀ ਛਾਤੀ ਤੇ ਝੇਲਦਾ ਰਿਹਾ ਹੈ। ਬਹੁਤ ਸਾਰੇ ਯੋਧੇ ਵੀ ਇਸ ਧਰਤੀ ਤੇ ਪੈਦਾ ਹੋਏ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਨਾਲ ਇਸ ਧਰਤੀ ਨੂੰ ਆਪਣੇ ਲਹੂ ਨਾਲ ਸਿੰਜਿਆ ਤੇ ਬਲੀਦਾਨ ਸੱਚਾਈ ਦੀ ਮਿਸਾਲ ਸਾਰੀ ਦੁਨੀਆ ਦੇ ਸਾਹਮਣੇ ਕਾਇਮ ਕੀਤੀ। ਔਰ ਇਹ ਸਿਲਸਿਲਾ ਅੱਜ ਵੀ ਬਾਦਸਤੂਰ ਜਾਰੀ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਅੰਦਰ ਕਿੰਨੇ ਹੀ ਆਗੂ ਇਸ ਦੇ ਹਮਸਫਰ ਬਣੇ, ਪਰ ਸਮੇਂ ਦੇ ਤੂਫਾਨਾਂ ਦੀ ਮਾਰ ਹੇਠ ਆਪਣੀ ਚਾਲ ਸਥਿਰ ਨਾ ਰੱਖ ਸਕੇ। ਤਵਾਰੀਖ ਦੇ ਇਹਨਾਂ ਹੀ ਵਰਕਿਆਂ ਵਿੱਚੋਂ ਇੱਕ ਸ਼ਾਂਤ, ਅਡੋਲ, ਨਿਰਵੈਰ ਚਿਹਰਾ ਉੱਭਰ ਕੇ ਸਾਹਮਣੇ ਆਉਂਦਾ ਹੈ ਜਿਸ ਨੇ ਅੱਜ ਦੇ ਪੰਜਾਬ ਦੇ ਇਤਿਹਾਸ ਅਤੇ ਹੋਣੀ ਨੂੰ ਨਵੇਂ ਸਿਰੋਂ ਸਿਰਜਿਆ ਔਰ ਆਪਣੇ ਸੂਬੇ ਨੂੰ ਸਦਾ ਲਈ ਅਮਨ, ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਦੇ ਮਾਰਗ ਉੱਤੇ ਤੋਰਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੰਘਰਸ਼, ਕੁਰਬਾਨੀ ਅਤੇ ਅਣਥਕ ਨਿਸ਼ਕਾਮ ਸੇਵਾ ਨੂੰ ਸਮਰਪਿਤ ਇੱਕ ਦਰਵੇਸ਼ ਸਿਪਾਹੀ ਅਤੇ ਸੰਤ ਸਿਆਸਤਦਾਨ। ਆਜ਼ਾਦੀ ਤੋਂ ਬਾਅਦ ਲੜਖੜਾ ਰਹੇ ਪੰਜਾਬ ਦੇ ਇੱਕ ਪਿੰਡ ਖਿਓਵਾਲੀ ਦੇ ਲੋਕਾਂ ਨੇ ਆਪਣੇ ਵਿਚਕਾਰ ਫਿਰਦੇ ਇੱਕ ਅਜਿਹੇ ਨੌਜਵਾਨ ਨੂੰ ਤੱਕਿਆ ਜੋ ਆਪਣੀ ਸਾਦਗੀ ਅਤੇ ਹਲੀਮੀ ਦੇ ਨਾਲ-ਨਾਲ ਦੇਸ਼ ਅਤੇ ਦੁਨੀਆ ਬਾਰੇ ਗੱਲਾਂ ਕਰਦਾ ਔਰ ਆਪਣੇ ਪਿੰਡ, ਆਪਣੇ ਸੂਬੇ ਲਈ ਵਿਕਾਸ ਦੇ ਵੱਡੇ-ਵੱਡੇ ਸੁਪਨੇ ਵੇਖਦਾ। ਸੁਪਨੇ ਸਭ ਵੇਖਦੇ ਨੇ, ਪਰ ਇਸ ਨੌਜਵਾਨ ਵਿੱਚ ਉਹਨਾਂ ਸੁਪਨਿਆਂ ਦਾ ਪਿੱਛਾ ਕਰਨ ਅਤੇ ਉਹਨਾਂ ਨੂੰ ਸੱਚ ਕਰ ਵਿਖਾਉਣ ਦਾ ਜਜ਼ਬਾ ਅਤੇ ਹਿੰਮਤ ਸਾਫ਼ ਨਜ਼ਰ ਆਉਂਦੇ। ਪਿੰਡਾਂ ਨੂੰ ਕਸਬਿਆਂ ਅਤੇ ਸ਼ਹਿਰਾਂ ਨਾਲ ਜੋੜਨ ਵਾਲੀਆਂ ਲਿੰਕ ਸੜਕਾਂ ਨੇ ਹੀ ਅਸਲ ਵਿੱਚ ਖੁਸ਼ਹਾਲ ਅਤੇ ਵਿਕਾਸਮੁਖੀ ਪੰਜਾਬ ਦਾ ਰਾਹ ਪੱਧਰਾ ਕੀਤਾ। ਸ਼ੁਰੂਆਤ ਹੋਈ ਮੁਕਤਸਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਖਿਓਵਾਲੀ ਨੂੰ ਲੰਬੀ ਕਸਬੇ ਨਾਲ ਜੋੜਨ ਲਈ ਬਣਾਈ ਗਈ ਲਿੰਕ ਸੜਕ ਨਾਲ। ਇਸ ਸੜਕ ਨੂੰ ਬਣਾਉਣ ਦਾ ਸੁਪਨਾ ਇਸ ਨੌਜਵਾਨ ਦੇ ਮਨ ਵਿੱਚ ਉਦੋਂ ਉੱਭਰਿਆ ਜਦੋਂ ਪਿੰਡਾਂ ਨੂੰ ਸੜਕਾਂ ਨਾਲ ਜੋੜਨ ਦੀ ਗੱਲ ਹੀ ਕਿਸੇ ਦੇ ਮਨ ਵਿੱਚ ਨਹੀਂ ਸੀ ਆਈ। ਸੜਕ ਉਸਾਰੀ ਦੀ ਅਰਜ਼ੀ ਲੈ ਕੇ ਜਦ ਇਹ ਨੌਜਵਾਨ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਕੋਲ ਪਹੁੰਚਿਆ ਤਾਂ ਸ਼ਾਇਦ ਰਾਜਨੀਤੀ ਦਾ ਹੀ ਕੋਈ ਪੇਚ ਹੋਣਾ ਹੈ। ਕੈਰੋਂ ਸਾਹਿਬ ਨੇ ਨਾ ਕਰ ਦਿੱਤੀ, ਪਰ ਇਸ ਉਦਮ ਨੂੰ ਸਿਰੇ ਚਾੜਨ ਲਈ ਆਈਆਂ ਔਕੜਾਂ ਇਸ ਨੌਜਵਾਨ ਦਾ ਰਾਹ ਨਾ ਰੋਕ ਸਕੀਆਂ। ਇਸ ਕਾਰਜ ਨੂੰ ਪੂਰਾ ਕਰਕੇ ਉਸਨੇ ਸਾਬਿਤ ਕਰ ਦਿੱਤਾ ਕਿ ਉਹ ਛੇਤੀ ਹੀ ਪੂਰੇ ਪੰਜਾਬ ਅਤੇ ਸਿੱਖ ਜਗਤ ਵਿੱਚ ਇੱਕ ਸਿਤਾਰਾ ਬਣ ਚਮਕੇਗਾ ਜਿਸ ਦੀਆਂ ਕਿਰਨਾਂ ਵਿੱਚੋਂ ਪੰਜਾਬ ਅਤੇ ਪੰਜਾਬੀਅਤ ਦੇ ਗੌਰਵ ਦੀ ਝਲਕ ਸਾਫ਼ ਦਿਖਾਈ ਦੇਵੇਗੀ। ਜਿਸ ਜਥੇਬੰਦੀ ਨਾਲ ਨੌਜਵਾਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜੀਵਨ ਗਾਥਾ ਜੋੜੀ, ਉਹ ਕਿਸੇ ਰਾਜ ਭਾਗ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਜਥੇਬੰਦੀ ਨਹੀਂ ਸੀ, ਬਲਕਿ ਇਸ ਜਥੇਬੰਦੀ ਦੀ ਰੂਪਰੇਖਾ ਅਤੇ ਇਤਿਹਾਸ ਵੇਖਦਿਆਂ ਰਾਜ ਭਾਗ ਬਾਰੇ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਸ਼ਿਰੋਮਣੀ ਅਕਾਲੀ ਦਲ ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਉਭਾਰ ਦੀ ਇੱਕ ਜ਼ਬਰਦਸਤ ਲਹਿਰ ਸੀ। ਸੰਘਰਸ਼ ਅਤੇ ਕੁਰਬਾਨੀ ਇਸ ਦਾ ਮਾਰਗ ਸਨ ਅਤੇ ਦੇਸ਼, ਕੌਮ ਦੀ ਚੜ੍ਹਦੀ ਕਲਾ ਇਸ ਦਾ ਇੱਕੋ ਇੱਕ ਮੰਤਵ ਸੀ। ਪੰਜਾਬੀ ਸੂਬੇ ਦੀ ਉਸਾਰੀ ਵੇਲੇ ਦੇ ਮੋਰਚੇ ਹੋਣ ਜਾਂ ਦਿੱਲੀ ਗੁਰਦੁਆਰਿਆਂ ਦੇ ਹਿੱਤਾਂ ਲਈ ਕੀਤੇ ਗਏ ਅੰਦੋਲਨ ਜਾਂ ਫੇਰ ਐਮਰਜੈਂਸੀ ਦਾ ਵੇਲਾ, ਸਰਦਾਰ ਬਾਦਲ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਲੋਕ ਹਿੱਤਾਂ ਲਈ ਸੰਘਰਸ਼ ਕਰਦਿਆਂ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਜਾਂ ਫੇਰ ਕਾਲ ਕੋਠੜੀਆਂ ਵਿੱਚ ਗੁਜ਼ਾਰਿਆ। ਗਿਆਨੀ ਕਰਤਾਰ ਸਿੰਘ ਹੋਰਾਂ ਦੀ ਸ਼ਖਸੀਅਤ ਦਾ ਸਰਦਾਰ ਬਾਦਲ ਦੇ ਰਾਜਨੀਤਿਕ ਸਮਾਜਿਕ ਜੀਵਨ ਉੱਤੇ ਖਾਸਾ ਪ੍ਰਭਾਵ ਰਿਹਾ। ਸਨ 1947 ਵਿੱਚ ਜਦੋਂ ਦੇਸ਼ ਆਜ਼ਾਦੀ ਦੇ ਮਕਾਮ ਤੇ ਖੜਾ ਸੀ, ਉਹਨਾਂ ਵੇਲਿਆਂ ਵਿੱਚ ਹੀ ਸਰਦਾਰ ਬਾਦਲ ਦਾ ਸਿਆਸੀ ਸਫ਼ਰ ਵੀ ਸ਼ੁਰੂ ਹੋਇਆ। ਪਿੰਡ ਦੇ ਸਰਪੰਚ ਅਤੇ ਬਲਾਕ ਸਮਿਤੀ ਦੇ ਪ੍ਰਧਾਨ ਵਰਗੇ ਅਹੁਦਿਆਂ ਨੂੰ ਨਿਭਾਉਂਦਿਆਂ ਸਮੇਂ ਦੇ ਪਹੀਏ ਨੇ ਅਚਾਨਕ ਰਫ਼ਤਾਰ ਫੜੀ। 1957 ਵਿੱਚ ਸਰਦਾਰ ਬਾਦਲ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਔਰ ਇਸ ਨਾਲ ਹੀ ਪੰਜਾਬ ਦੇ ਅਜੋਕੇ ਇਤਿਹਾਸ ਦੇ ਇੱਕ ਨਵੇਂ ਯੁੱਗ ਦਾ ਆਗਾਜ਼ ਹੋਇਆ।
1966 ਵਿੱਚ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਸੰਘਰਸ਼ ਕਰਕੇ ਹੀ ਮਾਂ ਬੋਲੀ ਪੰਜਾਬੀ ਦੇ ਆਧਾਰ ਉੱਤੇ ਪੰਜਾਬ ਦਾ ਗਠਨ ਹੋਇਆ। 1969 ਵਿੱਚ ਸਰਦਾਰ ਬਾਦਲ ਨੂੰ ਪੰਜਾਬ ਦੇ ਪੰਚਾਇਤੀ ਰਾਜ, ਮੱਛੀ ਪਾਲਣ ਅਤੇ ਕਮਿਊਨਿਟੀ ਵਿਕਾਸ ਮੰਤਰੀ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਤੇ ਫਿਰ ਅਗਲੇ ਹੀ ਸਾਲ 1970 ਵਿੱਚ ਉਹ ਪੰਜਾਬ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਵਜੋਂ ਉੱਭਰ ਕੇ ਸਾਹਮਣੇ ਆਏ। ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਉਮਰੇ ਇਸ ਅਹੁਦੇ ਨੂੰ ਸਾਂਭਣ ਦਾ ਗੌਰਵ ਅੱਜ ਵੀ ਸਰਦਾਰ ਬਾਦਲ ਦੇ ਨਾਂ ਦਰਜ ਹੈ। ਭਾਵੇਂ 1970 ਦਾ ਇਹ ਰਾਜਕਾਲ ਸਰਦਾਰ ਬਾਦਲ ਲਈ ਥੋੜੇ ਸਮੇਂ ਦਾ ਹੀ ਸੀ, ਪਰ ਉਹਨਾਂ ਦੀ ਸ਼ਖਸੀਅਤ ਦੇ ਚਰਚੇ ਚਾਰੇ ਪਾਸੇ ਹੋਏ। ਪੰਜਾਬ ਦੇ ਅਧਿਕਾਰਾਂ ਲਈ ਲੜਨ ਤੋਂ ਇਲਾਵਾ ਉਹਨਾਂ ਨੇ ਗੁਰਦੁਆਰਾ ਸੁਧਾਰਾਂ ਨੂੰ ਸਹੀ ਰੂਪ ਦੇਣ ਲਈ ਵੱਡਾ ਸੰਘਰਸ਼ ਕੀਤਾ। ਅੱਜ ਤੱਕ ਇਹ ਵੀ ਇੱਕ ਰਿਕਾਰਡ ਹੈ ਕਿ ਪੰਜਾਬ ਦੀ ਰਾਜਨੀਤੀ ਅੰਦਰ ਸਰਦਾਰ ਬਾਦਲ ਨੇ ਜਿੰਨੀਆਂ ਵੀ ਚੋਣਾਂ ਵਿੱਚ ਹਿੱਸਾ ਲਿਆ, ਜਿੱਤ ਨੇ ਹਮੇਸ਼ਾ ਉਹਨਾਂ ਦੇ ਹੀ ਪੈਰ ਚੁੰਮੇ। ਸੰਨ 1975 ਐਮਰਜੈਂਸੀ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਹੀ ਸਿਰਫ ਅਜਿਹੀ ਖੇਤਰੀ ਪਾਰਟੀ ਸੀ ਜਿਸ ਨੇ ਤਾਨਾਸ਼ਾਹੀ ਵਿਰੁੱਧ ਮੋਰਚਾ ਲਾਇਆ। ਸਿਆਸੀ ਵਿਸ਼ਲੇਸ਼ਕਾਂ ਮੁਤਾਬਿਕ ਇਸ ਮੋਰਚੇ ਦੇ ਅਸਲ ਸੂਤਰਧਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਸਨ, ਜਿਨ੍ਹਾਂ ਦੀ ਅਗਵਾਈ ਹੇਠ 43,000 ਸਿੱਖਾਂ ਨੇ ਇਸ ਮੌਕੇ ਗ੍ਰਿਫਤਾਰੀਆਂ ਦਿੱਤੀਆਂ। ਤਿਆਗ ਦਾ ਇਸ ਤੋਂ ਵੱਡਾ ਉਦਾਹਰਣ ਹੋਰ ਕੋਈ ਨਹੀਂ ਹੋ ਸਕਦਾ ਜਦੋਂ ਸਰਦਾਰ ਬਾਦਲ ਨੇ ਆਪਣੀ ਬੇਟੀ ਦੀ ਡੋਲੀ ਤੋਰਨ ਲਈ ਜੇਲ੍ਹ ਤੋਂ ਮਿਲੀ ਪੈਰੋਲ ਵੀ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਸੰਨ 1977 ਵੇਲੇ ਭਾਰੀ ਜਨਮਤ ਨਾਲ ਕੇਂਦਰ ਵਿੱਚ ਆਈ ਜਨਤਾ ਪਾਰਟੀ ਦੀ ਸਰਕਾਰ ਅੰਦਰ ਸਰਦਾਰ ਬਾਦਲ ਨੂੰ ਦੇਸ਼ ਦੇ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਦੇ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਨਾਲ ਨਵਾਜ਼ਿਆ ਗਿਆ। ਪਰ ਆਪਣੇ ਪੰਜਾਬ ਦੇ ਲੋਕਾਂ ਦਾ ਮੋਹ ਅਤੇ ਸੇਵਾ ਦੀ ਲਗਨ ਸਦਕਾ ਉਹਨਾਂ ਨੇ ਇਸ ਅਹੁਦੇ ਨੂੰ ਛੱਡ ਕੇ ਪੰਜਾਬ ਦੇ ਸਿਆਸੀ ਰੰਗਮੰਚ ਉੱਤੇ ਇੱਕ ਵਾਰ ਫੇਰ ਵਾਪਸੀ ਕਰਨਾ ਬਿਹਤਰ ਸਮਝਿਆ। 1977 ਵਿੱਚ ਉਹ ਦੂਜੀ ਵਾਰ ਪੰਜਾਬ ਦੇ ਮੁੱਖ ਸੇਵਾਦਾਰ ਬਣੇ, ਪਰ 1980 ਵਿੱਚ ਸਿਆਸੀ ਰੰਜਿਸ਼ਾਂ ਦੇ ਚੱਲਦੇ ਕੇਂਦਰ ਸਰਕਾਰ ਨੇ ਸਰਦਾਰ ਬਾਦਲ ਦੀ ਸਰਕਾਰ ਭੰਗ ਕਰ ਦਿੱਤੀ ਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਇੱਕ ਵਾਰ ਫੇਰ ਸਰਦਾਰ ਬਾਦਲ ਨੇ ਸ਼ਾਂਤਮਈ ਸੰਘਰਸ਼ ਦੀ ਰਾਹ ਤੇ ਤੁਰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ। ਇੱਕ ਲੰਮੇ ਰਾਸ਼ਟਰਪਤੀ ਰਾਜ ਦੌਰਾਨ ਲੋਕਾਂ ਨੂੰ ਅੱਤ ਦੇ ਤਸੀਹੇ ਝੱਲਣੇ ਪਏ। ਇਹਨਾਂ ਅਣਥਕ ਕਸ਼ਟਾਂ ਦਾ ਸਾਹਮਣਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਲੰਮੇ ਸਮੇਂ ਤੱਕ ਚਲਾਏ ਗਏ ਸ਼ਾਂਤਮਈ ਧਰਮ ਯੁੱਧਾਂ ਨਾਲ ਕੀਤਾ, ਜਿਸ ਨੂੰ ਸਮੂਹ ਪੰਜਾਬੀਆਂ ਦਾ ਭਰਪੂਰ ਸਮਰਥਨ ਲਗਾਤਾਰ ਮਿਲਦਾ ਰਿਹਾ। 1991 ਵਿੱਚ ਨਿਰਧਾਰਿਤ ਹੋਈਆਂ ਚੋਣਾਂ ਦੇ ਇੱਕ ਰਾਤ ਪਹਿਲਾਂ ਹੀ ਰੱਦ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਰੋਸ਼ ਵਜੋਂ ਦੁਬਾਰਾ ਐਲਾਨੀਆਂ 1992 ਦੀਆਂ ਚੋਣਾਂ ਦਾ ਬਾਈਕਾਟ ਕੀਤਾ। ਅਸ਼ਾਂਤੀ ਦੀਆਂ ਇਹਨਾਂ ਔਖੀ ਘੜੀਆਂ ਵੇਲੇ ਸਰਦਾਰ ਬਾਦਲ ਦੇ ਆਪਣੇ ਸੂਬੇ ਨੂੰ ਕੁੜੱਤਣ ਅਤੇ ਵਿਨਾਸ਼ ਦੇ ਦੌਰ ਵਿੱਚੋਂ ਬਾਹਰ ਕੱਢ ਕੇ ਸ਼ਾਂਤੀ, ਆਪਸੀ ਸਦਭਾਵਨਾ ਦੇ ਪ੍ਰਯਾਸ ਲਗਾਤਾਰ ਜਾਰੀ ਰਹੇ। ਅੱਤਵਾਦੀ ਅੰਨੀ ਲੜਾਈ ਚੋਂ ਨਿਕਲ ਕੇ ਨਵੀਂ ਸਦੀ ਦੇ ਆਉਂਦੇ ਪੰਜਾਬ ਹੁਣ ਖੁਸ਼ਹਾਲੀ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਵੇਖਣਾ ਚਾਹੁੰਦਾ ਸੀ ਤੇ ਇਸੇ ਸਦਕਾ ਸਮੁੱਚੇ ਪੰਜਾਬ ਨੇ ਇੱਕ ਸੁਰ ਅਤੇ ਬੁਲੰਦ ਆਵਾਜ਼ ਵਿੱਚ ਸਰਦਾਰ ਬਾਦਲ ਦੀ ਅਗਵਾਈ ਹੇਠ ਵਿਕਾਸ ਦੀ ਲਹਿਰ ਵੱਲ ਆਪਣਾ ਰੁਖ ਕੀਤਾ। ਉਹਨਾਂ ਦੇ ਮੁੱਖ ਮੰਤਰੀ ਬਣਦਿਆਂ ਹੀ ਉਹ ਸਮਾਂ ਆ ਗਿਆ ਜਦੋਂ ਸਰਦਾਰ ਬਾਦਲ ਪੰਜਾਬੀਆਂ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਦਾ ਮੁੱਲ ਮੋੜ ਸਕਦੇ। ਪਿੰਡ ਖਿਓਵਾਲੀ ਤੋਂ ਲੰਬੀ ਤੱਕ ਨਿਕਲੀ ਸੜਕ ਤੋਂ ਚੱਲ ਕੇ ਪੰਜਾਬ ਨੇ ਹੁਣ ਦੁਨੀਆ ਵਿੱਚ ਉੱਡਣਾ ਸੀ। ਸਫ਼ਰ ਸ਼ੁਰੂ ਹੋ ਚੁੱਕਿਆ ਸੀ। ਇਸੇ ਦੌਰਾਨ ਮੁੱਖ ਮੰਤਰੀ ਸਰਦਾਰ ਬਾਦਲ ਨੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ, ਜੋ ਅੱਜ ਵੀ ਸਮਾਜਿਕ ਵਰਗ ਅੰਦਰ ਸੇਵਾ ਦੇ ਆਦਰਸ਼ ਮਾਰਗ ਵਜੋਂ ਜਾਣੇ ਜਾਂਦੇ ਹਨ। 1997 ਤੋਂ 2002 ਦੇ ਸਫ਼ਰ ਦਾ ਪਹਿਲਾ ਪੜਾਅ ਪੰਜਾਬ ਵਿੱਚ ਵਿਕਾਸ ਦੇ ਪਹੀਏ ਤੇਜ਼ੀ ਨਾਲ ਚਲਾਉਣ ਲਈ ਲੋੜੀਂਦੀ ਬਿਜਲੀ ਪੈਦਾ ਕਰਨਾ ਸੀ। ਸਰਦਾਰ ਬਾਦਲ ਦਾ ਮੁੱਖ ਮੰਤਰੀ ਵਜੋਂ ਇਹ ਕਾਰਜ ਕੁੱਲ ਪੰਜਾਬ ਨੂੰ ਬਿਜਲੀ ਸ਼ਕਤੀ ਦੇਣ ਵੱਲ ਅਹਿਮ ਨੀਂਹ ਪੱਥਰ ਸਾਬਿਤ ਹੋਇਆ। ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਡੀ, ਲਹਿਰਾ ਮੁਹੱਬਤਾਂ ਅਤੇ ਵਪਾਰ ਦੀ ਕਾਰਜ ਪ੍ਰਣਾਲੀ ਨੂੰ ਸੌਖਾ ਕਰਨ ਲਈ ਫੋਕਲ ਪੁਆਇੰਟਾਂ ਦੀ ਸ਼ੁਰੂਆਤ ਉਹਨਾਂ ਦੀ ਹੀ ਅਗਵਾਈ ਹੇਠ ਹੋਏ ਯਤਨਾਂ ਦਾ ਨਤੀਜਾ ਹਨ। ਪਰ ਸੰਨ 2002 ਵਿੱਚ ਸਰਕਾਰ ਬਦਲਦਿਆਂ ਹੀ ਸਭ ਕੁਝ ਬਦਲ ਗਿਆ। ਵਿਰੋਧੀ ਪਾਰਟੀ ਦੇ ਸੱਤਾ ਵਿੱਚ ਆਉਂਦਿਆਂ ਹੀ ਲੋਕ ਅਣਗਹਿਲੀ ਦਾ ਸ਼ਿਕਾਰ ਹੋਣ ਲੱਗੇ,
ਜਿਸ ਨੇ ਉਹਨਾਂ ਅੰਦਰ ਬੇਗਾਨਗੀ ਅਤੇ ਲਾਚਾਰਗੀ ਦੇ ਅਹਿਸਾਸ ਨੂੰ ਜਨਮ ਦਿੱਤਾ। ਅਜਿਹੇ ਸਮੇਂ ਵਿੱਚ ਸਰਦਾਰ ਬਾਦਲ ਦਾ ਲੋਕਾਂ ਪ੍ਰਤੀ ਪਿਆਰ ਅਤੇ ਸੇਵਾ ਭਾਵ ਪਹਿਲਾਂ ਵਾਂਗ ਹੀ ਬਣਿਆ ਰਿਹਾ। ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਉਹ ਲੋਕਾਂ ਦੇ ਦੁਖੀ ਹਿਰਦਿਆਂ ਤੇ ਪਹਿਲਾਂ ਵਾਂਗ ਹੀ ਮਰਹਮ ਲਾਉਂਦੇ ਰਹੇ। ਨਾਲ ਹੀ ਨਾਲ ਮੁੱਖ ਤਵੱਜੋ ਇਸ ਗੱਲ ਤੇ ਵੀ ਬਣਾਈ ਰੱਖੀ ਕਿ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਕਿਵੇਂ ਪਾਇਆ ਜਾਏ। ਦੋ 2007 ਦੀਆਂ ਚੋਣਾਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਅਥਾਹ ਜਨਮਤ ਇਸ ਗੱਲ ਦਾ ਸਬੂਤ ਸਿੱਧ ਹੋਇਆ ਕਿ ਲੋਕਾਂ ਅੰਦਰ ਉਹਨਾਂ ਪ੍ਰਤੀ ਵਿਸ਼ਵਾਸ ਅਤੇ ਭਰੋਸਾ ਹਮੇਸ਼ਾ ਵਾਂਗ ਹੀ ਕਾਇਮ ਸੀ। ਕਿਹਾ ਜਾ ਸਕਦਾ ਹੈ ਕਿ ਕੰਮ ਹਮੇਸ਼ਾ ਤੋਂ ਹੀ ਉਹਨਾਂ ਦਾ ਸ਼ੌਕ ਰਿਹਾ, ਰਾਜਨੀਤਿਕ ਮਜਬੂਰੀ ਨਹੀਂ। ਇੱਕ ਸਮਾਂ ਸੀ ਜਦੋਂ ਪੰਜਾਬ ਦੀ ਬਿਜਲੀ ਸਮਰੱਥਾ ਮਸਾਂ 1000 ਵਾਟ ਸੀ, ਪਰ ਸਰਦਾਰ ਬਾਦਲ ਨੇ ਆਪਣੇ ਉਦਮਾਂ ਨਾਲ ਇਸ ਨੂੰ 12000 ਮੈਗਾਵਾਟ ਤੇ ਪਹੁੰਚਾ ਕੇ ਪੰਜਾਬ ਨੂੰ ਬਿਜਲੀ ਪੱਖੋਂ ਸਰਪਲਸ ਸੂਬਾ ਬਣਾਉਣ ਦੀ ਪਹਿਲ ਕੀਤੀ। ਇਹੀ ਨਹੀਂ, ਉਹਨਾਂ ਦੀ ਅਗਵਾਈ ਹੇਠ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਵੀ ਨਿਰਮਾਣ ਹੋਇਆ ਤੇ ਪੰਜਾਬ ਵਿਕਾਸ ਪੱਖੋਂ ਨਵੀਂ ਤਰੱਕੀ ਦੀ ਰਾਹ ਤੇ ਤੁਰ ਪਿਆ। ਖੇਤੀਬਾੜੀ ਹਮੇਸ਼ਾ ਤੋਂ ਹੀ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦਾ ਆਧਾਰ ਰਹੇ ਹਨ। ਸਰਦਾਰ ਬਾਦਲ ਨੇ ਜਿੱਥੇ ਇੱਕ ਪਾਸੇ ਰਿਵਾਇਤੀ ਗੱਡੇ ਵਜੋਂ ਜਾਣੇ ਜਾਂਦੇ ਟਰੈਕਟਰ ਟਰਾਲੀ ਨੂੰ ਰੋਡ ਟੈਕਸ ਤੋਂ ਨਿਜਾਤ ਦਿਵਾਈ, ਉੱਥੇ ਹੀ ਦੂਜੇ ਪਾਸੇ ਖੇਤੀਬਾੜੀ ਲਈ ਮੁਫਤ ਬਿਜਲੀ ਦੇਣ ਦਾ ਵੀ ਐਲਾਨ ਕੀਤਾ। ਇਹੀ ਨਹੀਂ, ਛੋਟੇ ਉਦਯੋਗ ਅਤੇ ਵਪਾਰ ਨੂੰ ਵੀ ਪਹਿਲ ਦਿੰਦਿਆਂ ਸਰਦਾਰ ਬਾਦਲ ਨੇ ਪੰਜਾਬ ਵਿੱਚੋਂ ਚੁੰਗੀ ਹਟਾਉਣ ਦਾ ਇਤਿਹਾਸਿਕ ਫੈਸਲਾ ਲਿਆ। ਕਿਸਾਨਾਂ ਦੇ ਨਾਲ-ਨਾਲ ਦਲਿਤਾਂ ਦੀ ਭਲਾਈ ਅਤੇ ਖੁਸ਼ਹਾਲੀ ਬਿਨਾਂ ਇੱਕ ਤਰੱਕੀ ਯਾਫਤਾ ਪੰਜਾਬ ਸਥਾਪਿਤ ਨਹੀਂ ਸੀ ਹੋ ਸਕਦਾ। ਇਹ ਸੋਚ ਕੇ ਸਰਦਾਰ ਬਾਦਲ ਨੇ ਜਿੱਥੇ ਆਟਾ ਦਾਲ ਵਰਗੀ ਮਹਾਨ ਸਕੀਮ ਆਰੰਭ ਕੀਤੀ, ਉੱਥੇ ਹੀ ਦਲਿਤਾਂ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਮੁਫਤ ਸਿੱਖਿਆ ਅਤੇ ਵਿਆਹਾਂ ਲਈ ਸ਼ਗਨ ਸਕੀਮਾਂ ਆਰੰਭ ਕੀਤੀਆਂ। ਉਹਨਾਂ ਨੂੰ ਘਰ ਅਤੇ ਪੈਨਸ਼ਨਾਂ ਦਿੱਤੀਆਂ। 200 ਯੂਨਿਟ ਫ੍ਰੀ ਬਿਜਲੀ ਦੇ ਕੇ ਉਹਨਾਂ ਦੇ ਘਰਾਂ ਨੂੰ ਰੋਸ਼ਨਾਉਣ ਦਾ ਆਈਡੀਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੀ ਸੀ। ਸਰਦਾਰ ਬਾਦਲ ਦੀ ਅਗਵਾਈ ਵਿੱਚ ਪੰਜਾਬ ਨੇ ਨਾ ਸਿਰਫ ਸੜਕੀ ਨੈਟਵਰਕ ਦੇ ਜ਼ਰੀਏ ਵਿਕਾਸ ਦੀਆਂ ਲੀਹਾਂ ਨੂੰ ਛੂਹਿਆ, ਸਗੋਂ ਹਵਾਈ ਉਡਾਨਾਂ ਤੇ ਏਅਰਪੋਰਟ ਕਨੈਕਟੀਵਿਟੀ ਰਾਹੀਂ ਵੀ ਪੰਜਾਬ ਨੂੰ ਬਾਹਰਲੇ ਮੁਲਕਾਂ ਨਾਲ ਜੋੜਿਆ। ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ ਦੀ ਨਵੀਂ ਇਮਾਰਤ ਦੀ ਉਸਾਰੀ, ਸਿਵਲ ਹਵਾਈ ਅੱਡਾ ਸਾਹਨੇਵਾਲ ਲੁਧਿਆਣਾ ਤੋਂ ਇਲਾਵਾ ਹੋਰ ਵੀ ਕਈ ਹਵਾਈ ਅੱਡਿਆਂ ਦੇ ਵਿਸਤਾਰ ਦਾ ਕੰਮ ਉਹਨਾਂ ਦੀ ਸਰਪ੍ਰਸਤੀ ਹੇਠ ਹੋਂਦ ਵਿੱਚ ਆਇਆ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੀ ਯੋਜਨਾ ਅਤੇ ਨਿਰਮਾਣ ਵੀ ਸਰਦਾਰ ਬਾਦਲ ਦੇ ਐਸੇ ਕਾਰਜਕਾਲ ਦੌਰਾਨ ਆਰੰਭ ਹੋਇਆ, ਜਿਸ ਦਾ ਸਫਲ ਨਤੀਜਾ ਅੱਜ ਸਾਰੀ ਦੁਨੀਆ ਦੇ ਸਾਹਮਣੇ ਹੈ। ਇਹ ਇੱਕ ਪ੍ਰਮਾਣਿਤ ਤੱਥ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਭਾਜਪਾ ਸਰਕਾਰ ਨੇ 2007-2012 ਦੌਰਾਨ ਰਿਕਾਰਡ ਤੋੜ ਸੜਕਾਂ, ਪੁਲ, ਬਾਈਪਾਸ ਅਤੇ ਸਰਕਾਰੀ ਇਮਾਰਤਾਂ ਦਾ ਨਿਰਮਾਣ ਕਰਵਾਇਆ। ਨਾਲ ਹੀ ਨਾਲ ਪੁਰਾਣੀਆਂ ਨੂੰ ਵੀ ਅਪਗ੍ਰੇਡ ਕੀਤਾ। ਚੌਮੁਖੀ ਵਿਕਾਸ ਲਈ ਕੀਤੇ ਗਏ ਕੰਮਾਂ ਦੀ ਇੰਨੀ ਸ਼ਾਨਦਾਰ ਮਿਸਾਲ ਪੰਜਾਬ ਦੇ ਇਤਿਹਾਸ ਵਿੱਚ ਹੋਰ ਕੋਈ ਨਹੀਂ ਮਿਲੀ। ਐਸੇ ਰਾਜਕਾਲ ਦੌਰਾਨ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਦਿਆਂ ਸਰਦਾਰ ਬਾਦਲ ਨੇ ਮੁਫਤ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ, ਤਾਂ ਜੋ ਪੰਜਾਬ ਦਾ ਹਰ ਪਰਿਵਾਰ ਔਖੇ ਸਮੇਂ ਵਿੱਚ ਆਪਣੀਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਬਿਹਤਰ ਬਣਾ ਸਕੇ। ਲੋਕਾਂ ਦਾ ਉਹਨਾਂ ਦੇ ਜ਼ਰੂਰੀ ਕੰਮਾਂ 'ਚ ਘੱਟ ਸਮਾਂ ਲੱਗੇ ਤੇ ਕੰਮ ਇੱਕ ਸਿਸਟਮ ਨਾਲ ਨੇਪਰੇ ਚੜ੍ਹਨ, ਇਸ ਲਈ ਸਰਦਾਰ ਬਾਦਲ ਨੇ ਸੇਵਾ ਕੇਂਦਰਾਂ ਦੀ ਸ਼ੁਰੂਆਤ ਕਰਵਾਈ। ਸਰਦਾਰ ਬਾਦਲ ਦਾ ਹਮੇਸ਼ਾ ਤੋਂ ਇਹ ਮੰਨਣਾ ਰਿਹਾ ਹੈ ਕਿ ਕੋਈ ਵੀ ਕੌਮ ਆਪਣੇ ਵਿਰਸੇ, ਸੱਭਿਆਚਾਰ ਤੇ ਵਿਕਾਸ ਤੋਂ ਵੱਖ ਹੋ ਕੇ ਵਿਕਸਿਤ ਨਹੀਂ ਹੋ ਸਕਦੀ। ਇਸੇ ਸੋਚ ਸਦਕਾ ਸਰਦਾਰ ਬਾਦਲ ਨੇ ਆਪਣੀ ਸਰਪ੍ਰਸਤੀ ਹੇਠ ਕਈ ਇਤਿਹਾਸਿਕ ਯਾਦਗਾਰਾਂ ਦੀ ਨਾ ਸਿਰਫ ਮੁੜ ਉਸਾਰੀ ਕਰਵਾਈ, ਬਲਕਿ ਕਈ ਨਵੀਆਂ ਯਾਦਗਾਰਾਂ ਦਾ ਨਿਰਮਾਣ ਵੀ ਕਰਵਾਇਆ, ਜਿਨ੍ਹਾਂ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ ਖਾਲਸਾ, ਚੱਪੜਚਿੜੀ ਵਿਖੇ ਜੰਗੀ ਯਾਦਗਾਰ ਅਤੇ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦੇ ਮਾਣ-ਮੱਤੇ ਯੋਗਦਾਨ ਨੂੰ ਸਮਰਪਿਤ ਕਰਤਾਰਪੁਰ ਵਿਖੇ ਬਣ ਰਹੀ ਜੰਗੇ ਆਜ਼ਾਦੀ ਯਾਦਗਾਰ ਉਹਨਾਂ ਦੀ ਹੀ ਦੂਰਦਰਸ਼ਿਤਾ ਦੇ ਉਦਾਹਰਣ ਹਨ। ਹੁਣ ਉਹ ਸਮਾਂ ਆਇਆ ਜਦੋਂ ਸਰਦਾਰ ਬਾਦਲ ਦੇ ਪਿਛਲੇ 5 ਸਾਲਾਂ ਦੇ ਵਿਕਾਸ ਨਾਲ ਨਵਰੇਜ਼ ਕੰਮ-ਕਾਜ ਨੂੰ ਦੇਖਦਿਆਂ
ਇੱਕ ਵਾਰ ਫੇਰ ਸਮੂਹ ਪੰਜਾਬੀਆਂ ਨੇ ਸਰਦਾਰ ਬਾਦਲ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ। ਇਸ ਟਰਮ ਵਿੱਚ ਉਹਨਾਂ ਦਾ ਫੋਕਸ ਖੇਤੀ ਦੇ ਨਾਲ-ਨਾਲ ਵੱਡੇ ਪੱਧਰ ਦੇ ਉਦਯੋਗ ਸਨ ਤੇ ਉਹਨਾਂ ਨੇ ਪੈਂਦੀ ਸੱਟੇ ਪੰਜਾਬ ਨੂੰ ਵਿਸ਼ਵ ਪੱਧਰ ਦਾ ਜੋ ਪਹਿਲਾ ਉਦਯੋਗ ਯੂਨਿਟ ਲੈ ਕੇ ਦਿੱਤਾ, ਉਹ ਹੈ 19,000 ਕਰੋੜ ਦੀ ਲਾਗਤ ਨਾਲ ਬਠਿੰਡਾ ਵਿਖੇ ਸਥਾਪਿਤ ਹੋਈ ਗੁਰੂ ਗੋਬਿੰਦ ਸਿੰਘ ਰਿਫਾਇਨਰੀ। ਅੱਜ ਇਹ ਰਿਫਾਇਨਰੀ ਸਿਰਫ ਇਲਾਕੇ ਦੀ ਹੀ ਨਹੀਂ, ਪੰਜਾਬ ਦੀ ਆਰਥਿਕਤਾ ਨੂੰ ਵੀ ਹੁਲਾਰਾ ਦੇ ਰਹੀ ਹੈ ਤੇ ਸਰਦਾਰ ਬਾਦਲ ਦੇ ਵਿਕਾਸ ਮਾਡਲ ਦਾ ਇੱਕ ਵੱਡਾ ਮੀਲ ਪੱਥਰ ਹੈ। ਇਸ ਤੋਂ ਇਲਾਵਾ 2 ਸਾਲ ਦੇ ਅੰਦਰ ਹੀ ਉਹਨਾਂ ਨੇ 15,000 ਕਰੋੜ ਦੇ ਅਨੇਕਾਂ ਹੋਰ ਉਦਯੋਗ ਸ਼ੁਰੂ ਕਰਵਾ ਕੇ ਪੰਜਾਬ ਨੂੰ ਇੰਡਸਟਰੀਅਲ ਹੱਬ ਬਣਨ ਦੀ ਰਾਹ ਉੱਤੇ ਤੋਰ ਦਿੱਤਾ। ਇਸ ਤੋਂ ਪਹਿਲਾਂ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਖੇਤੀਬਾੜੀ ਤੋਂ ਇਲਾਵਾ ਕਿਸੇ ਹੋਰ ਰਾਹ ਤੇ ਵੀ ਜਾ ਸਕਦਾ ਹੈ। ਪਰ ਉੱਧਰ ਪੰਜਾਬ ਦੀ ਕਿਸਾਨੀ ਲਈ ਪਾਣੀ ਦਾ ਸੰਕਟ ਜਿਉਂ ਦਾ ਤਿਉਂ ਖੜਿਆ ਰਿਹਾ। ਨਹਿਰਾਂ ਠੀਕ ਹੋ ਗਈਆਂ ਸਨ, ਖਾਲੇ ਪੱਕੇ ਹੋ ਗਏ ਸਨ, ਪਰ ਕੀ ਫਾਇਦਾ ਸੀ ਇਹਨਾਂ ਨਹਿਰਾਂ ਦੇ ਖਾਲਿਆਂ ਦਾ ਜਦੋਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਤਾਂ ਸਤਲੁਜ ਯਮੁਨਾ ਲਿੰਕ ਨਹਿਰ ਬਣ ਕੇ ਹਰਿਆਣੇ ਨੂੰ ਦਿੱਤੇ ਜਾਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਸਨ। ਇਹ ਪ੍ਰਮਾਣਿਤ ਤੱਥ ਜਗ ਜ਼ਾਹਿਰ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕੋਲੋਂ ਪਾਣੀ ਖੋਹਣ ਦੇ ਕਾਲੇ ਮਨਸੂਬਿਆਂ ਦਾ ਸਦਾ ਹੀ ਡਟ ਕੇ ਵਿਰੋਧ ਕੀਤਾ ਹੈ। ਆਪਣੇ ਪਿਛਲੇ ਕਾਰਜਕਾਲ ਦੌਰਾਨ ਜਿੱਥੇ ਉਹਨਾਂ ਨੇ ਸੁਪਰੀਮ ਕੋਰਟ ਅੰਦਰ ਪੰਜਾਬ ਕੋਲੋਂ ਪਾਣੀ ਖੋਹਣ ਦਾ ਅਧਿਕਾਰ ਦਿੰਦੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀ ਧਾਰਾ 78 ਨੂੰ ਚੈਲੰਜ ਕੀਤਾ, ਉੱਥੇ ਹੀ 2016 ਵਿੱਚ ਉਹਨਾਂ ਨੇ ਪੰਜਾਬ ਵਿਧਾਨ ਸਭਾ ਅੰਦਰ ਮਤਾ ਪਾ ਕੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਹੋਂਦ ਨੂੰ ਹੀ ਚੁਣੌਤੀ ਦੇ ਦਿੱਤੀ। ਇਹ ਸਦਨ ਸਰਬਸੰਮਤੀ ਨਾਲ ਫੈਸਲਾ ਕਰਦਾ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਕਿਸੇ ਕੀਮਤ ਉੱਤੇ ਬਣ ਨਹੀਂ ਦੇਵਾਂਗੇ। ਹਾਲਾਂਕਿ ਸਰਦਾਰ ਬਾਦਲ ਜਾਣਦੇ ਸਨ ਕਿ ਇਸ ਮੁੱਦੇ ਉੱਤੇ ਉਹਨਾਂ ਦੀ ਸਰਕਾਰ ਵੀ ਡਿੱਗ ਸਕਦੀ ਹੈ ਔਰ ਉਹਨਾਂ ਨੂੰ ਪੰਜਾਬ ਦੇ ਹਿੱਤਾਂ ਨਾਲੋਂ ਕੁਰਸੀ ਕਦੇ ਵੀ ਪਿਆਰੀ ਨਹੀਂ ਰਹੀ। ਇਹੀ ਉਹਨਾਂ ਦੀ ਸ਼ਖਸੀਅਤ ਦਾ ਸਭ ਤੋਂ ਤਾਕਤਵਰ ਪਹਿਲੂ ਹੈ ਜਿਸ ਨੂੰ ਉਹਨਾਂ ਦੇ ਵਿਰੋਧੀ ਵੀ ਸਵੀਕਾਰ ਕਰਦੇ ਹਨ। ਮਾਰਚ 2016 ਵਿੱਚ ਵਿਧਾਨ ਸਭਾ ਅੰਦਰ ਪੇਂਡੂ ਕਰਜ਼ਾ ਮੁਆਫੀ ਬਿੱਲ ਪਾਸ ਕਰਵਾ ਕੇ ਸਰਦਾਰ ਬਾਦਲ ਨੇ ਤਾਂ ਜਿਵੇਂ ਇਤਿਹਾਸ ਹੀ ਰਚ ਦਿੱਤਾ। ਇੰਨੇ ਵੱਡੇ ਇਨਫਰਾਸਟ੍ਰਕਚਰ ਅਤੇ ਇੰਡਸਟਰੀਅਲ ਵਿਕਾਸ ਦਾ ਸਹੀ ਲਾਹਾ ਤਾਂ ਹੀ ਲਿਆ ਜਾ ਸਕਦਾ ਸੀ ਜੇ ਪੰਜਾਬ ਦੀ ਜਵਾਨੀ ਕੋਲ ਓਨੇ ਹੀ ਉੱਚ ਪੱਧਰ ਦੀ ਸਿੱਖਿਆ ਵੀ ਹੁੰਦੀ। ਇਹ ਸਮਝ ਕੇ ਸਰਦਾਰ ਬਾਦਲ ਨੇ ਪੰਜਾਬ ਅੰਦਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸੂਝਵਾਨ ਨਵੀਆਂ ਨੀਤੀਆਂ ਬਣਾਈਆਂ ਅਤੇ ਉਹਨਾਂ ਨੂੰ ਲਾਗੂ ਕੀਤਾ। ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਅਪਗ੍ਰੇਡ ਕਰਨ ਅਤੇ ਨਵੇਂ ਸਕੂਲ ਖੋਲ੍ਹਣ ਲਈ ਬਾਦਲ ਸਰਕਾਰ ਵੱਲੋਂ 43,740 ਕਰੋੜ ਰੁਪਏ ਦੇ ਫੰਡ ਦਿੱਤੇ ਗਏ। ਮਾਈ ਭਾਗੋ ਸਕੀਮ ਅੰਦਰ 1.5 ਲੱਖ ਬੱਚੀਆਂ ਨੂੰ ਮੁਫਤ ਸਾਈਕਲਾਂ ਦੇ ਕੇ ਸਰਦਾਰ ਬਾਦਲ ਨੇ ਪੰਜਾਬ ਦੀਆਂ ਧੀਆਂ ਦਾ ਸਕੂਲ ਜਾਣਾ ਸੌਖਾ ਕਰ ਦਿੱਤਾ। ਪਹਿਲੀ ਵਾਰ ਉੱਚ ਸਿੱਖਿਆ ਵਿੱਚ ਪ੍ਰਾਈਵੇਟ ਸੈਕਟਰ ਨੂੰ ਨਿਵੇਸ਼ ਦੀ ਖੁੱਲ੍ਹ ਦੇ ਕੇ ਸਰਦਾਰ ਬਾਦਲ ਦੀ ਅਗਵਾਈ ਹੇਠ ਵਿਸ਼ਵ ਪੱਧਰ ਦੇ ਕਾਲਜ, ਤਕਨੀਕੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਖੋਲ੍ਹਣ ਦਾ ਰਾਹ ਪੱਧਰਾ ਕੀਤਾ। ਸੂਬੇ ਦੇ ਨੌਜਵਾਨ ਵਰਗ ਦਾ ਖੇਡਾਂ ਵੱਲ ਵੱਧ ਤੋਂ ਵੱਧ ਰੁਝਾਨ ਤਾਂ ਹੀ ਹੋ ਸਕਦਾ ਹੈ ਜੇ ਉਹਨਾਂ ਨੂੰ ਵਰਲਡ ਲੈਵਲ ਦੀਆਂ ਸਹੂਲਤਾਂ ਮੁਹੱਈਆ ਹੋਣ। ਸਰਦਾਰ ਬਾਦਲ ਨੇ ਆਪਣੇ ਇਸ ਕਾਰਜਕਾਲ ਦੌਰਾਨ 520 ਕਰੋੜ ਰੁਪਏ ਦੀ ਰਾਸ਼ੀ ਖੇਡਾਂ ਲਈ ਮੁਹੱਈਆ ਕਰਵਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਭਰ ਅੰਦਰ ਨਵੇਂ ਹਸਪਤਾਲਾਂ ਦਾ ਖੁੱਲ੍ਹਣਾ ਅਤੇ ਪੁਰਾਣੀਆਂ ਦੀ ਅਪਗ੍ਰੇਡੇਸ਼ਨ ਇਹ ਸਾਬਿਤ ਕਰਦੀ ਹੈ ਕਿ ਆਪਣੀ ਇਸ ਟਰਮ ਅੰਦਰ ਸਰਦਾਰ ਬਾਦਲ ਦੀ ਸੋਚ ਖੇਤੀਬਾੜੀ ਅਤੇ ਉਦਯੋਗਿਕ ਸੈਕਟਰ ਦੇ ਨਾਲ-ਨਾਲ ਪੰਜਾਬ ਦੇ ਸਮਾਜਿਕ ਜੀਵਨ ਨੂੰ ਵੀ ਉੱਚਾ ਚੁੱਕਣ ਉੱਤੇ ਕੇਂਦਰਿਤ ਹੈ। ਪਿੰਡ ਖਿਓਵਾਲੀ ਤੋਂ ਵਿਕਾਸ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ ਉਹ ਅੱਜ ਖੁੱਲ੍ਹੇ ਅਸਮਾਨ ਦੀ ਉਡਾਰੀ ਬਣ ਕੇ ਸਾਰੀ ਦੁਨੀਆ ਤੱਕ ਫੈਲ ਗਿਆ ਹੈ। ਹੁਣ ਪੰਜਾਬ ਨੂੰ ਕੋਈ ਪਿਛੜੇ ਹੋਣ ਦਾ ਤਾਨਾ ਨਹੀਂ ਮਾਰ ਸਕਦਾ। ਅੱਜ ਹਰ ਪੰਜਾਬੀ ਇਹ ਮਹਿਸੂਸ ਕਰਦਾ ਹੈ ਕਿ ਸਰਦਾਰ ਬਾਦਲ ਵਾਲੇ ਉੱਚੇ ਕੱਦ ਦੀ ਸ਼ਖਸੀਅਤ ਉਹਨਾਂ ਦੇ ਨਾਲ ਖੜੀ ਹੈ, ਨਿਤ ਜੀਵਨ ਦੀਆਂ ਸਾਰੀਆਂ ਸਹੂਲਤਾਂ ਲੈ ਕੇ। ਨਿੱਘਾ ਸਲਾਮ ਹੈ ਇਸ ਸੋਚ ਨੂੰ ਜੋ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਆਏ ਵੀ ਹੈ ਤੇ ਹਕੀਕਤ ਵੀ।